ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫੇਰ ਦੇਸ਼ਾਂ ਵਿਦੇਸ਼ਾਂ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ। ਪਿਆਰੇ ਦਰਸ਼ਕੋ, ਅੱਜ ਇੱਕ ਪ੍ਰੈਸ ਕਾਨਫਰੰਸ ਹੋਈ ਹੈ। ਸਾਡੇ ਉੱਤਰਾਖੰਡ ਦੇ ਕਿਸਾਨ ਆਯੋਗ ਦੇ ਉਪਾਧਿਅਕਸ਼ ਅਤੇ ਦਰਜਾ ਰਾਜ ਮੰਤਰੀ ਸਰਦਾਰ ਰਾਜਪਾਲ ਸਿੰਘ ਜੀ ਨੇ ਬਹੁਤ ਵੱਡੇ ਆਰੋਪ ਮੜੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਨਾਨਕਮਤਾ ਸਾਹਿਬ ਤੇ ਉੱਥੇ ਦੇ ਜਿਹੜੇ ਮੁੱਖ ਸੇਵਾਦਾਰ ਨੇ ਅਧਿਅਕਸ਼ ਪੂਰਵ IAS ਅਫਸਰ ਡਾਕਟਰ ਹਰਬੰਸ ਸਿੰਘ ਚੁਗ ਸਾਹਿਬ, ਉਹਨਾਂ ਤੇ ਵੀ ਬਹੁਤ ਵੱਡੇ ਆਰੋਪ ਲਗਾਏ ਨੇ ਕਿ ਜਦੋਂ ਦੀ ਇਹ ਕਮੇਟੀ ਬਣੀ ਹੈ ਇਹਨਾਂ ਦੇ ਕਾਰਜਕਾਲ ਸਾਰੇ ਕੰਮ ਉੱਥੇ ਰੁਕੇ ਹੋਏ ਨੇ, ਕੋਈ ਵੀ ਕੰਮ ਨਹੀਂ ਹੋ ਰਿਹਾ ਤੇ ਹੋਰ ਵੀ ਕਈ ਤਰ੍ਹਾਂ ਦੇ ਆਰੋਪ ਨੇ। ਸਕੂਲਾਂ ਦੇ ਹਾਲਾਤ ਜਿਹੜੇ ਨੇ ਉਹ ਜਰਜਰ ਹੋ ਚੁੱਕੇ ਨੇ, ਕੋਈ ਉੱਥੇ ਸੁਣਵਾਈ ਨਹੀਂ ਹੈ ਇਹਨਾਂ ਦੇ ਕਾਰਜਕਾਲ ਵਿੱਚ। ਉਹ ਕਹਿੰਦੇ ਆ ਕਿ ਜਿਹੜੇ ਫਾਰਮ ਹਾਊਸ ਦੇ ਹਾਲਾਤ ਇੰਨੇ ਖਰਾਬ ਹੋ ਚੁੱਕੇ ਨੇ। ਉਹ ਕਹਿੰਦੇ ਕਿ ਰਿਕਾਰਡ ਉਹਨਾਂ ਨੇ ਦੱਸਿਆ ਕਿ ਰਿਕਾਰਡ ਹੈ ਕਿ ਇੰਨੇ ਹਾਲਾਤ ਖਰਾਬ ਕਦੀ ਵੀ ਨਹੀਂ ਹੋਏ ਜਿਹੜੇ ਕਿ ਇਹਨਾਂ ਦੀ ਕਮੇਟੀ ਦੇ ਵਿੱਚ ਹੋਏ ਨੇ। ਸੋ ਸਾਰੇ ਸਵਾਲਾਂ ਦੇ ਇੱਕ ਸਵਾਲ ਦਾ ਜਵਾਬ ਅਸੀਂ ਅੱਜ ਲਵਾਂਗੇ। ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਕਿ ਜਦੋਂ ਵੀ ਅਸੀਂ ਕਹਿੰਦੇ ਹਾਂ ਤੁਰੰਤ ਸਾਡੇ ਨਾਲ ਹਾਜ਼ਰ ਹੋ ਜਾਂਦੇ ਨੇ। ਮੌਜੂਦ ਨੇ ਸਾਡੇ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਨਾਨਕਮਤਾ ਸਾਹਿਬ ਦੇ ਅਧਿਅਕਸ਼ ਮੁੱਖ ਸੇਵਾਦਾਰ ਡਾਕਟਰ ਹਰਬੰਸ ਸਿੰਘ ਚੁਗ ਸਾਹਿਬ। ਸਭ ਤੋਂ ਪਹਿਲਾਂ ਫਤਿਹ ਦੀ ਅਰਜ਼ ਕਰਕੇ ਇਹਨਾਂ ਦਾ ਸਵਾਗਤ ਕਰ ਦਿੰਦੇ ਹਾਂ। ਡਾਕਟਰ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਫਿਰ ਸੰਗਤ ਦੀ ਕਚਹਿਰੀ ਤੁਸੀਂ ਹਾਜ਼ਰ ਹੋ। ਕਈ ਵਾਰੀ ਤੁਹਾਡੇ ਨਾਲ ਹੋਇਆ ਤੇ ਚਲੋ ਧੰਨਵਾਦ ਤੁਹਾਡਾ, ਤੁਸੀਂ ਮੌਕੇ ਤੇ ਹਾਜ਼ਰ ਹੋ ਜਾਂਦੇ ਹੋ। ਆਰੋਪ ਲੱਗੇ ਨੇ ਬਹੁਤ ਵੱਡੇ ਤੁਹਾਡੇ ਤੇ ਕਿ ਜਦੋਂ ਦੀ ਤੁਹਾਡੀ ਕਮੇਟੀ ਬਣੀ ਹੈ ਸਾਰੇ ਕੰਮ ਰੁਕੇ ਹੋਏ ਨੇ, ਕੋਈ ਉੱਥੇ ਕੰਮ ਨਹੀਂ ਹੋਇਆ। ਸਕੂਲਾਂ ਦੇ ਹਾਲਾਤ ਜਿਹੜੇ ਨੇ ਉਹ ਖਰਾਬ ਹੋ ਚੁੱਕੇ ਨੇ। ਫਾਰਮ ਹਾਊਸ ਜਿਹੜੇ ਨੇ ਉਹ ਅਜੇ ਤੱਕ ਇੰਨੇ ਖਰਾਬ ਨਹੀਂ ਸੀ ਹੋਏ ਜਿਹੜੇ ਕਿ ਤੁਹਾਡੇ ਕਾਰਜਕਾਲ ਹੋਏ ਨੇ। ਪਹਿਲੀ ਪ੍ਰਤੀਕਿਰਿਆ ਤੁਹਾਡੀ ਕੀ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਮੈਂ ਆਮ ਤੌਰ ਤੇ ਪ੍ਰਤੀਕਿਰਿਆ ਵਾਸਤੇ ਬਹੁਤ ਜ਼ਿਆਦਾ ਆਣਾ ਪਸੰਦ ਨਹੀਂ ਕਰਦਾ, ਲੇਕਿਨ ਚੂੰਕਿ ਅੱਜ ਜਿਹੜੀ ਗੱਲ ਆਈ ਹੈ, ਅੱਜ ਅਮਾਵਸਿਆ ਦਾ ਦਿਨ ਸੀ, ਅਸੀਂ ਉੱਥੇ ਗਏ ਸੀ। ਅੱਜ ਜਿਸ ਤਰੀਕੇ ਉਹਨਾਂ ਦਾ ਮੈਂ ਸਟੇਟਮੈਂਟ ਸੁਣਿਆ ਹੈ, ਅੱਜ ਮੇਰੇ ਕੋਲ ਦਿਨੇ ਪ੍ਰੈਸ ਵਾਲੇ ਲੋਕ ਹੋਰ ਵੀ ਆਏ ਸੀ ਸਵਾਲ ਜਵਾਬ ਕਰਨ, ਤੇ ਮੇਰਾ ਹੁਣ ਸੰਗਤ ਨੂੰ ਜਵਾਬ ਦੇਣਾ ਮੇਰਾ ਬਣਦਾ ਹੈ ਜੀ। ਸਭ ਤੋਂ ਪਹਿਲੇ ਅੱਜ ਮੈਂ ਜਿਹੜਾ ਉਹਨਾਂ ਦਾ ਸਟੇਟਮੈਂਟ ਹੈ ਕਿ ਉਹਨਾਂ ਕਿਹਾ ਮੈਂ ਸਰਕਾਰ ਦੇ ਪ੍ਰਤੀਨਿਧੀ ਹੋਣ ਦੇ ਨਾਤੇ ਇਹ ਗੱਲ ਕਰ ਰਿਹਾ। ਸਭ ਤੋਂ ਪਹਿਲੇ ਤਾਂ ਮੈਂ ਆਪਣੇ ਗੁਰੂ ਰੂਪੀ ਸਾਧ ਸੰਗਤ ਜੀ ਨੂੰ ਮੈਂ ਹੱਥ ਜੋੜ ਕੇ ਪੁੱਛਣਾ ਹੈ ਕਿ ਮੇਰੀ ਜਵਾਬਦੇਹੀ ਤੁਹਾਡੇ ਪ੍ਰਤੀ ਹੈ ਕਿ ਸਰਕਾਰ ਦੇ ਪ੍ਰਤੀ ਹੈ? ਉਹ ਕਹਿੰਦੇ ਨੇ ਮੈਂ ਸਰਕਾਰ ਦੇ ਪ੍ਰਤੀਨਿਧੀ ਦੇ ਰੂਪ ਵਿੱਚ ਪੁੱਛ ਰਿਹਾ। ਨਹੀਂ, ਉਹਨਾਂ ਨੂੰ ਹੱਕ ਨਹੀਂ ਹੈ ਤੁਹਾਡੇ ਕੋਲ ਜਵਾਬ ਮੰਗਣ ਦਾ। ਨਹੀਂ, ਸੰਗਤ ਰੂਪ ਵਿੱਚ ਤਾਂ ਦੇਖੋ ਜੀ ਆਇਆਂ ਨੂੰ, ਲੇਕਿਨ ਇੱਕ ਸਰਕਾਰੀ ਕਹਿ ਕੇ ਕਿ ਬਈ ਮੈਂ ਸਰਕਾਰ ਦੇ ਰੂਪ ਵਿੱਚ ਪੁੱਛ ਰਿਹਾ, ਇਹ ਸੰਗਤ ਦਾ ਅਧਿਕਾਰ ਹੈਗਾ। ਸੰਗਤ ਦਾ ਗੁਰਦੁਆਰਾ ਹੈ, ਉਹ ਵੀ ਸੰਗਤ ਦਾ ਰੂਪ ਹੈਗੇ ਨੇ, ਤੇ ਸੰਗਤ ਦੇ ਰੂਪ ਵਿੱਚ ਤਾਂ ਰੱਬ ਰੂਪ ਹੈਗੇ ਨੇ। ਲੇਕਿਨ ਇਹ ਕਹਿ ਕਿ ਮੈਂ ਸਰਕਾਰ ਦੇ ਤੌਰ ਤੇ ਤੁਹਾਡੇ ਕੋਲ ਪੁੱਛ ਰਿਹਾ, ਮੇਰਾ ਪੁੱਛਣਾ ਹੈਗਾ, ਇਹ ਕੋਈ ਗੱਲ ਨਹੀਂ ਹੋਈ। ਮੈਂ ਤਾਂ ਸੰਗਤ ਕੋਲੋਂ ਇਹ ਪੁੱਛਣਾ ਕਿ ਮੈਂ ਕਿਹਦੇ ਪ੍ਰਤੀ ਜਵਾਬ ਦੇਗਾ। ਕੋਈ ਗੱਲ ਨਹੀਂ। ਇਹਦੇ ਚ ਸੰਗਤ ਜੀ ਨੂੰ ਚਰਨਾ ਬੇਨਤੀ ਕਿ ਤੁਸੀਂ ਆਪਣੀ ਪ੍ਰਤੀਕਿਰਿਆ ਦੇ ਪਾ ਦਿਆ ਕਿ ਤੁਹਾਡੇ ਮੁਤਾਬਕ ਜਿਹੜੇ ਉਹਨਾਂ ਵੱਲੋਂ ਸਵਾਲ ਚੁੱਕੇ ਗਏ ਨੇ ਉਹਦੇ ਤੁਸੀਂ ਕੀ ਸੋਚਦੇ ਹੋ ਜੀ ਡਾਕਟਰ ਸਾਹਿਬ ਜੀ? ਦੂਸਰਾ ਇਹਦੇ ਨਾਲ ਮੈਨੂੰ ਇਹ ਵੀ ਹੈਗਾ ਹੈ ਕਿ ਸਰਕਾਰ ਸਾਡੇ ਗੁਰਦੁਆਰੇ ਦੇ ਬਾਰੇ ਕੀ ਸੋਚਦੀ, ਕਿ ਸਰਕਾਰ ਨੇ ਕੀ ਲੈਣਾ ਦੇਣਾ, ਅਸੀਂ ਕਿੱਥੇ ਕੀ ਬਣਾ ਰਹੇ, ਕਿੱਥੇ ਕੀ ਕੰਮ ਕਰ ਰਹੇ ਹਾਂ। ਐਨੀਵੇ ਮੈਂ ਇਸ ਬਹਿਸ ਨੂੰ ਛੱਡੋ। ਦੂਸਰੀ ਗੱਲ, ਉਹਨਾਂ ਦੇ ਕੁਝ ਸ਼ਬਦ ਹੈਗੇ ਸੀ ਕਿ ਜਾਂ ਤਾਂ ਉਹਨਾਂ 'ਚ ਸਾਮਰਥ ਨਹੀਂ ਹੈਗੀ ਜਾਂ ਉਹਨਾਂ ਵਿਸ਼ਵਸਨੀय ਨਹੀਂ ਹੈਗੇ। ਮੈਂ ਤਾਂ ਕਈ ਵਾਰੀ ਸੰਗਤ ਦੇ ਸਾਹਮਣੇ ਆਪਣੇ ਇੰਟਰਵਿਊ ਦਿੱਤੇ ਨੇ, ਔਰ ਇੱਕ ਚੀਜ਼ ਸ਼ੁਰੂ ਤੋਂ ਲੈ ਕੇ ਗੋਲਕ ਦੀ ਪੋਜੀਸ਼ਨ ਵੀ ਦੱਸੀ, ਫਾਰਮ ਦੀ ਪੋਜੀਸ਼ਨ ਵੀ ਦੱਸੀ ਹੈ, ਔਰ ਇੱਕ ਹਫ਼ਤਾ ਪਹਿਲੇ ਹੀ ਮੈਂ ਜਿਹੜਾ ਆਪਣੇ ਨਿਰਮਾਣ ਦੇ ਕੰਮਾਂ ਦਾ ਵੇਰਵਾ ਦਿੱਤਾ ਕਿ ਸੰਗਤ ਦਾ ਜਿੰਨਾ ਨਿਰਮਾਣ ਇਸ ਟਾਈਮ ਚੱਲ ਰਿਹਾ ਹੈ, ਇਹਨਾਂ ਮੈਂ ਸਮਝਣਾ ਪਿਛਲੇ 10 ਸਾਲ 'ਚ ਵੀ ਕਿਸੇ ਨੇ ਨਹੀਂ ਚਲਾਇਆ। ਉਹਨਾਂ ਨੂੰ ਆਰੋਪ ਨੇ ਕਿ ਤੁਹਾਡੇ ਕਾਰਜਕਾਲ ਫਾਰਮ ਹਾਊਸ ਦੇ ਜਿਹੜੇ ਫਾਰਮ ਨੇ ਇੰਨੇ ਹਾਲਾਤ ਖਰਾਬ ਨਹੀਂ ਹੋਏ ਜਿਹੜੇ ਅੱਜ ਤੱਕ ਜਿਹੜੇ ਇਸ ਵਾਰ ਹੋਏ ਨੇ। ਪੈਦਾਵਾਰ ਪਛੂ ਜਾਂ ਕੰਮ ਜਿਹੜੇ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਕੀ ਸਟੇਟਸ ਹੈ ਨਾਨਕਮਤਾ ਕਮੇਟੀ ਦਾ, ਇਹ ਵੀ ਤੁਸੀਂ ਜ਼ਰੂਰ ਦੱਸੋ। ਮੈਂ ਤੁਹਾਨੂੰ ਸਟੈਪ ਬਾਈ ਸਟੈਪ ਆਉਣਾ। ਇੱਕ ਪਾਸੋਂ ਜਿਹੜੀ ਉਹਨਾਂ ਦੀ ਗੱਲ ਹੈਗੀ ਉਹ ਸਟੈਪ ਬਾਈ ਸਟੈਪ ਆਪਾਂ ਚੱਲਦੇ ਹਾਂ। ਸਭ ਤੋਂ ਪਹਿਲੇ ਜਿੱਥੇ ਕੰਮ ਚੱਲ ਰਹੇ ਨੇ ਮੈਂ ਉਹਨਾਂ ਦਾ ਤੁਹਾਨੂੰ ਵੇਰਵਾ ਦੇ ਦਿਆਂ। ਇਸ ਟਾਈਮ ਕਿੰਨੇ ਬਰਸਾਂ ਦੇ ਬਾਅਦ ਦਰਬਾਰ ਸਾਹਿਬ ਦੇ ਅੰਦਰ ਪਾਲਕੀ ਸਾਹਿਬ ਦੀ ਸੇਵਾ ਚੱਲ ਰਹੀ ਹੈ। ਅੰਦਰ ਅਸੀਂ ਪੂਰਾ ਸਾਊਂਡ ਸਿਸਟਮ ਉਹਦਾ ਰਿਪਲੇਸ ਕੀਤਾ, ਅੰਦਰ ਸਾਊਂਡ ਇਕੋ ਕਰਦੀ ਸੀ। ਲਾਈਟਿੰਗ ਸਿਸਟਮ ਦਾ ਰਿਨੋਵੇਸ਼ਨ ਹੋ ਰਿਹਾ ਹੈ, AC ਸਿਸਟਮ ਤੇ ਵੀ ਕੰਮ ਚੱਲ ਰਿਹਾ ਹੈ। ਅੰਦਰ ਪੂਰੇ ਦਰਬਾਰ ਸਾਹਿਬ ਵਿੱਚ ਮਹੀਨੇ 2 ਮਹੀਨੇ ਜਿਹੜਾ ਹੈ ਸਾਡਾ ਖੂਬ ਕੰਮ ਚੱਲ ਰਿਹਾ ਹੈ। ਲੰਗਰ ਹਾਲ ਵਿੱਚ ਇਸ ਟਾਈਮ ਕੋਟਾ ਸਟੋਨ ਲੱਗ ਰਿਹਾ ਤੇ ਨਵਾਂ ਸਟੀਮ ਪਲਾਂਟ ਆਇਆ, ਇੱਕ ਹਫ਼ਤੇ ਦੇ ਅੰਦਰ ਸਥਾਪਿਤ ਹੋ ਜਾਏਗਾ। ਇਸ ਤੋਂ ਪਹਿਲੇ ਅਸੀਂ ਪ੍ਰਸ਼ਾਦੇ ਬਣਾਉਣ ਦੀ ਨਵੀਂ ਮਸ਼ੀਨਾਂ ਲਿਆਂਦੀਆਂ ਨੇ। ਦੀਵਾਲੀ ਦੇ ਟਾਈਮ ਕਾਫੀ ਨਵੇਂ ਉੱਥੇ ਮਸ਼ੀਨਾਂ ਲੱਗੀਆਂ ਨੇ।
जहाँ तक लड़कियां ਦੇ ਇੰਟਰ ਕਾਲਜ ਦਾ ਕੰਮ ਹੈ, ਪਿਛਲੀ ਕਮੇਟੀ ਇਹਨੂੰ ਅੱਧੇ ਰਸਤੇ ਛੱਡ ਗਈ ਸੀ ਬਗੈਰ ਕਿਸੇ ਐਸਟੀਮੇਟ ਦੇ, ਬਗੈਰ ਕੋਈ ਕਿਤਾਬਾਂ ਰਿਕਾਰਡ 'ਚ ਹਿਸਾਬ ਕਿਤਾਬ ਕੋਈ ਨਹੀਂ ਲਿਖਿਆ ਹੋਇਆ। ਮੈਨੇਜਰ ਕੋਲ ਪੁੱਛੋ, ਕਹਿੰਦੇ ਨੇ ਮੇਰੇ ਕੋਲ ਹੈ ਕੋਈ ਨਹੀਂ ਡੇਟਾ। ਉਹ ਉਸ ਨੂੰ ਅਸੀਂ ਕੰਪਲੀਟ ਕਰ ਰਹੇ ਹਾਂ ਔਰ ਯੁੱਧ ਸਤਰ ਤੇ ਕੰਮ ਚੱਲ ਰਿਹਾ ਹੈ। ਮੈਂ ਆਪ ਸੰਗਤ ਨੂੰ ਫੇਸਬੁੱਕ ਤੇ ਪਾਇਆ ਹੈ, ਇੱਕ ਹਫਤਾ ਪਹਿਲੇ ਹੀ ਪਾਇਆ ਹੈ, ਮੈਂ ਅੱਜ ਦੁਬਾਰਾ ਰਿਪੀਟ। ਉਹਨਾਂ ਵੱਲੋਂ ਜਿਹੜੇ ਆਰੋਪ ਲਗਾਏ ਉਹਨਾਂ ਕਿਹਨਾਂ ਤੱਥਾਂ ਦੇ ਆਧਾਰ ਤੇ ਕਹਿੰਦੇ? ਇੱਕ ਆਰੋਪ ਉਹਨਾਂ ਨੇ ਇਹ ਵੀ ਬਹੁਤ ਜ਼ਿਆਦਾ ਮੜਿਆ ਹੈ ਕਿ ਗੁਰਦੁਆਰਾ ਕਮੇਟੀ ਦੀ ਗੱਡੀ ਤੁਹਾਡੇ ਘਰ ਪਹੁੰਚਦੀ ਹੈ ਇੰਨੀ ਦੂਰੋਂ 2-2.5 ਹਜ਼ਾਰ ਰੁਪਏ ਦਾ ਪਰ ਵਿਜ਼ਿਟ ਦਾ ਖਰਚਾ ਹੈ। ਉਹਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਈ? ਉਹ ਕਹਿੰਦੇ ਆ ਕਿ ਜਾਂ ਤੇ ਤੁਹਾਡੇ ਰਾਉਂਡ ਉੱਥੇ ਨਹੀਂ ਲੱਗਦੇ ਬਈ, ਤੁਹਾਨੂੰ ਅਗਰ ਸੇਵਾ ਮਿਲੀ ਹੈ ਤੇ ਘੱਟੋ ਘੱਟ ਤੁਹਾਨੂੰ ਚਾਹੀਦਾ ਕਿ ਉੱਥੇ ਆ ਕੇ ਤੁਰੰਤ ਜਿਹੜੇ ਚੈੱਕ ਨੇ ਉਹ ਵਿੱਚ ਤਾਲਮੇਲ ਬਿਠਾ ਕੇ ਜਿੱਦਾਂ ਵੀ ਤੁਹਾਡੇ ਘਰ ਆਉਣਾ ਪੈਂਦਾ ਸਾਈਨ ਕਰਾਉਣ ਲਈ। ਮੈਂ ਤੁਹਾਨੂੰ ਇੱਕ ਸਟੈਪ ਤੇ ਸਟੈਪ ਚੱਲੋ। ਅਜੇ ਪਹਿਲੇ ਸੇਵਾ ਦੀ ਗੱਲ ਕਰ ਲਓ ਤੇ ਫਿਰ ਦੂਜੀ ਗੱਲ ਤੇ ਗੱਲ ਕਰਨਾ ਹੈ। ਹੁਣ ਉਹਨਾਂ ਜਿਹੜਾ ਹੈ, ਪਹਿਲੀ ਗੱਲ ਉਹਨਾਂ ਦੀ ਹੈਗੀ ਹੈ ਕਿ ਸਾਡੀ ਜਦੋਂ ਪਿਛਲੀ ਵਾਰੀ ਕਮੇਟੀ ਬੈਠੀ ਸੀ ਤੇ ਕਮੇਟੀ ਨੇ ਸਰਬਸੰਮਤੀ ਨਾਲ ਇਹ ਨਿਰਣੈ ਕੀਤਾ ਸੀ ਕਿ ਜਿੰਨੇ ਵੀ ਕੰਮ ਅਧੂਰੇ ਪਏ ਨੇ ਪਿਛਲੀ ਕਮੇਟੀ ਦੇ ਉਹ ਸਾਰੇ ਪੂਰੇ ਕੀਤੇ ਜਾਣ, ਕਿਉਂਕਿ ਇਹ ਨਿਰਣੈ ਸਰਬਸੰਮਤੀ ਨਾਲ ਹੋਇਆ ਸੀ। ਸਰਬਸੰਮਤੀ ਬਗੈਰ ਕਿਸੇ ਦੇ ਨਹੀਂ, ਉਹਨਾਂ ਦਾ ਆਰੋਪ ਇਹ ਵੀ ਹੈ ਕਿ ਤੁਸੀਂ ਜਿਹੜਾ ਹੈ ਸਰਬਸੰਮਤੀ ਨਾਲ ਕੰਮ ਨਹੀਂ ਕਰ ਰਹੇ ਹੋ। ਇੱਕ ਤਰਫਾ ਜਿਵੇਂ ਤਾਨਾਸ਼ਾਹੀ ਰਵੱਈਆ ਜਿਹੜਾ ਤੁਹਾਡਾ ਪੁਰਾਣਾ ਪਿਛੋਕੜ ਰਿਹਾ, ਭਾਵੇਂ ਤੁਸੀਂ ਜਿਹੜੇ ਅਹੁਦੇ ਤੇ ਰਹੇ ਹੋ ਉਹੀ ਉਹ ਰਵੱਈਆ ਤੁਸੀਂ ਇੱਥੇ ਅਪਣਾ ਰਹੇ ਹੋ, ਕਿਸੇ ਦੀ ਸੁਣਦੇ ਨਹੀਂ ਹੋ, ਆਪਣੀ ਮਨਮਰਜ਼ੀ ਉੱਥੇ ਕਰਦੇ ਹੋ। ਦੇਖੋ ਤੁਸੀਂ ਇਹਦੇ ਵਾਸਤੇ ਮਿੰਟਸ ਪੜਿਆ ਕਰੋ। ਮੈਂ ਮਿੰਟਸ ਗੁਰਦੁਆਰਾ ਦਾ ਜਿਹੜਾ ਪੇਜ ਹੈਗਾ ਉਹਦੇ ਉੱਤੇ ਮਿੰਟਸ ਵੀ ਪਾਣਾ। ਪਹਿਲੇ ਤਾਂ ਕਾਰਵਰਤ ਲੈ ਕੇ ਰਜਿਸਟਰ ਵਿੱਚ ਰੱਖ ਲੈਂਦੇ ਸੀ ਔਰ ਰਜਿਸਟਰ ਗਾਇਬ ਹੈਗੇ, ਪਿਛਲੇ ਰਜਿਸਟਰ ਹੀ ਕੋਈ ਨਹੀਂ ਕਾਰਵਰਤ ਕੀਤੇ ਹੈਗੇ। ਮੈਂ ਤਾਂ ਕੰਪਿਊਟਰ ਤੇ ਕਰਕੇ ਫੇਸਬੁੱਕ ਤੇ ਪਾ ਦੇਣਾ ਕਿ ਸਾਰੇ ਪੜ੍ਹ ਲਓ। ਅਗਰ ਉਹਦੇ ਵਿੱਚ ਸਰਬਸੰਮਤੀ ਲਿਖੀ ਹੋਈ ਹੈ ਫਿਰ ਤਾਂ ਮੈਂ ਠੀਕ ਹੈਗਾ, ਔਰ ਅਗਰ ਨਹੀਂ ਲਿਖੀ ਹੋਈ ਫਿਰ ਉਹ ਮਾਫੀ ਮੰਗ ਲੈਣ ਕਿ ਬਈ ਸਰਬਸੰਮਤੀ ਨਹੀਂ। ਤੁਹਾਡੇ ਜਿਹਨੇ ਵੀ ਕੰਮ ਸਾਰੇ ਸਰਬਸੰਮਤੀ ਦੇ ਨਾਲ ਹੋਏ ਨੇ। ਮੈਂ ਕਹਿ ਰਿਹਾ ਜਿੰਨੇ ਸਰਬਸੰਮਤੀ ਨੇ ਉਹਦੀ ਸਰਬਸੰਮਤੀ ਲਿਖੀ ਹੋਈ ਹੈ, ਜਿੱਥੇ ਸਰਬਸੰਮਤੀ ਨਹੀਂ ਤਾਂ ਜਿਵੇਂ ਹੋਇਆ ਉੱਤੇ ਉਵੇਂ ਦਾ ਉਵੇਂ ਦਰਜ ਹੈ। ਜਿਵੇਂ ਸਿੱਖਿਆ ਸਮਿਤੀ ਪੂਰਾ ਸਿਸਟਮ ਪੂਰਾ ਪ੍ਰੋਸੈਸ ਉੱਥੇ ਲਿਖਿਆ ਹੋਇਆ, ਜਿਵੇਂ ਸਿੱਖਿਆ ਸਮਿਤੀ ਜਿਵੇਂ ਬਣੀ ਹੈ ਉਵੇਂ ਦਰਜ ਹੈ ਕਿ ਇੰਨੇ ਵੋਟ ਇਸ ਪਾਸੇ ਨੇ, ਇੰਨੇ ਵੋਟ ਇਸ ਪਾਸੇ ਨੇ, ਜਿਹੜੇ ਕੰਮ ਸਰਬਸੰਮਤੀ ਦੇ ਨੇ। ਹੁਣ ਮੈਂ ਇੱਕ ਪਾਸੋਂ ਸਟੈਪ ਬਾਈ ਸਟੈਪ ਚੱਲੋ। ਦੀਵਾਨ ਹਾਲ ਦੀ ਦੀਵਾਨ ਹਾਲ ਪਿਛਲੀ ਕਮੇਟੀ ਨੇ 18-20 ਲੱਖ ਰੁਪਏ ਦੇ ਪਿਲਰ ਲਗਾ ਦਿੱਤੇ। ਮੈਨੂੰ ਗੱਲ ਪੂਰੀ ਇਹ ਦੀਵਾਨ ਹਾਲ ਜਿਹੜਾ ਗੁਰੂ ਘਰ ਦੇ ਸਾਹਮਣੇ ਜਿਹੜਾ ਨਵਾਂ ਬਣਨ ਲੱਗਾ ਸੀ ਉਹਦੀ ਗੱਲ ਕਰਦੇ ਹੋ, ਜਿੱਥੇ ਪਹਿਲਾਂ ਪਾਰਕਿੰਗ ਹੁੰਦੀ ਸੀ? ਹਾਂ, ਮੈਂ ਉਸੇ ਪਾਰਕਿੰਗ ਦੀ ਗੱਲ ਕਰ ਰਿਹਾ ਕਿ 18-20 ਲੱਖ ਰੁਪਏ ਉੱਤੇ ਖਰਚ ਹੋਇਆ, ਪਿਲਰ ਬਣੇ ਹੋਏ ਨੇ। ਜਦੋਂ ਦੀਵਾਨ ਹਾਲ ਸ਼ੁਰੂ ਹੋਇਆ 2 ਸਾਲ ਪਹਿਲੇ, ਉਦੋਂ ਜਿੰਨੇ ਆਪੱਤੀ ਕਰਨੀ ਸੀ ਕਰਦਾ, ਹੁਣ ਉਹ 2 ਸਾਲ ਦਾ ਲਟਕਿਆ ਹੋਇਆ, ਨਾ ਤਾਂ ਉਹ ਖੰਭੇ ਤੋੜਨ ਜੋਗੇ ਤੇ ਨਾ ਆਗਾ ਕੋਈ ਕੰਮ ਕਰਨ ਦੇ। ਪਿਛਲੀ ਵਾਰੀ ਜਦੋਂ ਕਮੇਟੀ ਬੈਠੀ ਹੈ ਸਰਬਸੰਮਤੀ ਨਾਲ ਇਹ ਤੈਅ ਹੋਇਆ ਕਿ ਇਹਦੇ ਉੱਤੇ ਲੰਟਰ ਪਾ ਲਓ, ਫਿਰ ਉੱਤੇ ਚਾਹੇ ਤੁਸੀਂ ਦਫ਼ਤਰ ਨੂੰ ਇੱਧਰ ਲੈ ਜਾਓ ਜਾਂ ਥੱਲੇ ਗਟਰੀ ਤੇ ਜੋੜਾ ਘਰ ਬਣ ਜਾਏਗਾ। ਮਤਲਬ ਇਹ ਨਹੀਂ ਹੈਗਾ ਕਿ ਉੱਥੇ ਦੀਵਾਨ ਹਾਲ ਹੀ ਬਣਨਾ ਹੈ ਤੇ ਨਾ, ਮਤਲਬ ਇਸ ਬਾਰੇ ਕੋਈ ਨਿਰਣੈ ਨਹੀਂ ਹੈ, ਲੇਕਿਨ ਇਹ ਹੈਗਾ ਹੈ ਕਿ ਉਹਦਾ ਸਦਉਪਯੋਗ ਕੀਤਾ ਜਾਏ। ਅਗਰ ਪੈਸਾ ਇਹ ਨਿਰਣੈ ਸਾਰੇ ਡਾਇਰੈਕਟਰਾਂ ਦਾ ਹੈ ਤੁਹਾਡੇ? ਮੈਂ ਦੱਸ ਤਾਂ ਰਿਹਾ ਕਿ ਦਰਜ ਹੈਗਾ, ਦਰਜ ਹੈਗਾ। ਫਿਰ ਇਹਨਾਂ ਵੱਲੋਂ ਕਿਉਂ ਆਪੱਤੀ? ਇਹਨਾਂ ਵੱਲੋਂ ਕੀ ਤੱਥ ਪੇਸ਼ ਕੀਤੇ? ਇਹਨਾਂ ਵੱਲੋਂ ਜੋ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਉਹਨਾਂ ਦਾ ਖੁੱਲੇ ਤੌਰ ਤੇ ਉਹਨਾਂ ਨੇ ਆਰੋਪ ਲਗਾਏ। ਇਹ ਦੇਖੋ ਇਹ ਇੱਕ ਯੋਜਨਾਬੱਧ ਹੈਗਾ, ਇਹ ਕਿੱਥੋਂ ਦੀ ਸ਼ੁਰੂ ਹੁੰਦਾ ਹੈ ਇਹ ਸੰਗਤ ਆਪ ਸਮਝਦਾਰ ਹੈਗੀ ਹੈ। ਅੱਜ ਹੀ ਦੇਖੋ ਰਾਜਪਾਲ ਜੀ ਦਾ ਆਰੋਪ ਆਇਆ, ਅੱਜ ਹੀ ਨਗਰ ਪੰਚਾਇਤ ਨਾਨਕ ਮਤਾ ਸਾਹਿਬ ਨੇ ਵੀ ਲਿਖ ਕੇ ਦਿੱਤਾ ਇਸੇ ਗੱਲ ਤੇ, ਬਈ ਉਹਨਾਂ ਨੂੰ ਵੀ ਇਸੇ ਗੱਲ ਤੇ ਲਿਖਿਆ। ਅੱਜ ਹੀ ਪ੍ਰਾਂਤੀ ਉਦਯੋਗ ਵਪਾਰ ਮੰਡਲ ਨੇ ਲਿਖ ਕੇ ਦਿੱਤਾ। ਤੇ ਇਹ ਤੁਹਾਨੂੰ ਯੋਜਨਾ ਨਹੀਂ ਲੱਗਦੀ ਕਿ ਇਹ ਸਭ ਜਿਹੜਾ ਹੈਗਾ ਕਿੱਥੋਂ ਦੀ ਸ਼ੁਰੂ ਹੁੰਦਾ ਹੈ, ਕੌਣ ਆਈਡੀਆ ਦਿੰਦਾ ਹੈ ਤੇ ਕਿੱਥੋਂ ਦੀ ਇਹ ਚੱਲ ਰਿਹਾ ਹੈ। ਬਹਰਹਾਲ ਮੇਰਾ ਦੇਖੋ ਕੋਈ ਪਰਸਨਲ ਸਟੈਂਡ ਕਿਸੇ ਚੀਜ਼ ਤੇ ਨਹੀਂ ਹੈ। ਅਗਰ ਸਰਬਸੰਮਤੀ ਨਾਲ ਕੋਈ ਚੀਜ਼ ਪਾਸ ਹੋਈ ਹੈ तो कमेटी ने पास की है। अगर कमेटी इनू बदलना चाहेगी, मैं इन्हों यही कहा है कि तुहाडी गल मैं फिर कमेटी के सामने रख देंगा। कमेटी जो निर्णय लेगी वो फिर निर्णय हो जाएगा। यानी कि फिर विचार तुसीं करोगे कमेटी विच जिहड़ियां आपत्तियां आईयां ने उन्हां नूं फिर तुसीं कमेटी च अपने कोरम विच रखोगे? भाई मेरा काम है कमेटी दे विच गल रखना, कमेटी का जो निर्णय है उन्होंने एग्जीक्यूट कराना, अमल कराना। ਸਕੂਲਾਂ ਦੇ ਹਾਲਾਤ ਬੜੇ ਖਰਾਬ ਨੇ। ਮੈਂ ਪਹਿਲਾਂ ਆਪਾਂ ਸਕੂਲਾਂ ਤੇ ਹੁੰਨੇ ਆ। ਸਕੂਲਾਂ ਦੇ ਹਾਲਾਤ ਇਸ ਤਰ੍ਹਾਂ ਦੇ ਨੇ, ਕਹਿੰਦੇ ਇਸ ਵਾਰ ਬਰਸਾਤ ਦੇ ਵਿੱਚ ਭਿੱਜ ਕੇ ਉੱਥੇ ਜਿਹੜੇ ਸਟੂਡੈਂਟ ਨੇ ਉਹਨਾਂ ਦੇ ਮਤਲਬ ਆਪਾਂ ਕਹੀਏ ਕਿ ਤਰਸਯੋਗ ਇਸ ਤਰ੍ਹਾਂ ਦੇ ਹਾਲਾਤ ਸੀ। ਉਹਦੇ ਬਾਰੇ ਹੁਣ ਤੁਸੀਂ ਸਟੈਪ ਨੰਬਰ 2 ਤੇ ਆ ਜਾਓ, ਸਕੂਲਾਂ ਦੀ ਬਾਰੇ। ਬਿਲਕੁਲ ਆਪਾਂ ਆਗੇ ਜੀ। ਇਹ ਸਕੂਲਾਂ ਦੀ ਬਿਲਡਿੰਗ ਵੀ ਜਿਹੜੀ ਹੈ ਇਹ ਪਿਛਲੀ ਕਮੇਟੀ ਨੇ ਸ਼ੁਰੂ ਕੀਤੀ ਲੇਕਿਨ ਅਧੂਰੀ ਛੱਡ ਦਿੱਤੀ। ਜਿਹੜਾ ਪੁਰਾਣਾ ਖੰਡਰ ਹੈ ਉਹ ਸਰਕਾਰ ਦੇ ਆਦੇਸ਼ ਨੇ ਬਈ ਖੰਡਰ ਵਿੱਚ ਨਾ ਪੜਾਇਆ ਜਾਏ, ਉਹਨੂੰ ਢਾ ਦਿੱਤਾ ਜਾਏ। ਇਹ ਵੀ ਪੁਰਾਣੀ ਕਮੇਟੀ ਕਰ ਗਈ। ਹੁਣ ਉਹ ਅੱਧੀ ਹੈਂਗਿੰਗ ਪੋਜੀਸ਼ਨ ਵਿੱਚ ਸਕੂਲ ਚੱਲ ਰਿਹਾ ਹੈ।
ਇਹ ਉਹ ਪੂਰਾ ਨਹੀਂ ਕੀਤਾ ਤੇ ਅਸੀਂ ਜਿਹੜਾ ਪਿਛਲੇ ਮਹੀਨੇ ਜਿਹੜੀ ਗੱਲ ਕੀਤੀ ਹੈ ਕਿ ਅਸੀਂ ਇਹਨੂੰ ਪੂਰਾ ਕਰਨ ਦਾ ਨਿਰਣਾ ਕੀਤਾ ਹੈ। ਸਾਡਾ ਕੰਮ ਯੁੱਧ ਸਤਰ ਤੇ ਚੱਲ ਰਿਹਾ ਹੈ। ਮੇਰੀ ਫੇਸਬੁੱਕ ਦੇ ਮੈਂ ਇੱਕ ਗੋਲਕ ਦਾ ਸਦਉਪਯੋਗ ਨਾਂ ਤੇ ਉਹ ਪਾਇਆ ਸੀ ਸਟੋਰੀ, ਅੱਜ ਵੀ ਮੌਜੂਦ ਹੈਗੀ ਹੈ। ਹੁਣ ਅਸੀਂ ਤਾਂ ਸੰਗਤ ਨੂੰ ਸਾਰਾ ਦੱਸ ਹੀ ਚੱਲਨੇ ਹੈ। ਜਿਹੜੇ ਕੰਮ ਇਹਨਾਂ ਨਹੀਂ ਕੀਤੇ, ਪਿਛਲੇ 10 ਸਾਲ ਤੋਂ ਵੀ ਨਹੀਂ ਕੀਤੇ, ਉਹ ਅਸੀਂ ਕਰਾ ਰਹੇ ਹਾਂ। ਔਰ ਉਸ ਦੇ ਬਾਵਜੂਦ ਵੀ ਇਹਨਾਂ ਦਾ ਕੰਮ ਸਿਰਫ ਆਖੇਪ ਲਗਾਣਾ ਹੈ। ਇਹ ਤਾਂ ਦੇਖੋ ਬੈਕਡੋਰ ਤੋਂ ਜਦੋਂ ਰਿਸੀਵਰ ਸਿਸਟਮ ਹੈਗਾ ਸੀ, ਉਹਦੀ ਸਲਾਹਕਾਰ ਕਮੇਟੀ ਵਿੱਚ ਹੈਗੇ ਸੀ, ਤੇ ਹੁਣ ਇਹਨਾਂ ਨੂੰ ਜਿਹੜਾ ਨਿਰਵਾਚਿਤ ਹੈ ਸੰਗਤ ਦੇ, ਉਹ ਕਮੇਟੀ ਚੰਗੀ ਨਹੀਂ ਲੱਗ ਰਹੀ ਹੈ। ਉਹ ਅਗਰ ਇਹਨਾਂ ਦੀ ਆਪੱਤੀ, ਇਹਨਾਂ ਨੂੰ ਤਾਂ ਹੈਗਾ ਕਿ ਕਿਸੇ ਤਰੀਕੇ ਕਮੇਟੀਆਂ ਕੰਮ ਨਾ ਕਰਨ ਜਾਂ ਅੱਜ ਦੱਸੋ ਨਵੀਨੀਕਰਨ ਨਹੀਂ ਕਰਦੇ। ਬਈ ਜਿਹਦਾ ਕੰਮ ਹੈਗਾ ਨਵੀਨੀਕਰਨ ਕਰਾਣਾ, ਉਹਦੇ ਚ ਰੋੜਾ ਕੌਣ ਹੈ? ਨਵੀਨੀਕਰਨ ਦੇ ਚ ਰੋੜਾ ਕੌਣ? ਮੈਂ ਸਭ ਤੋਂ ਵੱਡਾ ਬਈ ਜਨਰਲ ਸੈਕਟਰੀ ਦਾ ਕੰਮ ਹੁੰਦਾ ਹੈ ਕਿ ਆਪਣੀ ਸੰਸਥਾ ਦੇ ਕਾਗਜ਼ ਪੂਰੇ ਕਰਾਵੇ। ਜਨਰਲ ਸੈਕਟਰੀ ਨੇ ਅੱਜ ਤੱਕ ਸਾਈਨ ਨਹੀਂ ਕੀਤੇ ਨਵੀਨੀਕਰਨ ਤੇ। ਇਹਦਾ ਕੀ ਮਤਲਬ ਹੈਗਾ? ਇਹਦਾ ਕੀ ਮਤਲਬ ਹੈ ਕਿ ਉਹਨਾਂ ਨੂੰ ਇਹ ਸੁਸਾਇਟੀ ਤੁਸੀਂ ਕਹਿੰਦੇ ਹੋ ਕਿ ਹੁਣੇ ਜਦੋਂ ਕਿ ਸਾਰੇ 27 ਡਾਇਰੈਕਟਰ ਮਿਲ ਕੇ ਇੱਕ ਮਤ ਨੇ, ਸਾਰੇ ਕੰਮ ਕਰ ਰਹੇ ਨੇ, ਫਿਰ ਕੀ ਨਵੀਨੀਕਰਨ ਚ ਇੱਕ ਮਤ ਨਹੀਂ ਹੈ? ਦੇਖੋ 16 ਡਾਇਰੈਕਟਰਾਂ ਨੇ ਸਾਈਨ ਕੀਤੇ ਹੋਏ ਨੇ ਨਵੀਨੀਕਰਨ ਤੇ, 9 ਡਾਇਰੈਕਟਰਾਂ ਨੇ ਨਹੀਂ ਕੀਤੇ। ਔਰ ਉਹ 9 ਡਾਇਰੈਕਟਰ ਉਹ ਨੇ ਜਿਹੜੇ ਜਾਂ ਤਾਂ ਇਹ ਕਹਿ ਲਓ ਕਿ ਰਿਸੀਵਰ ਸਿਸਟਮ ਚਾਹੁੰਦੇ ਨੇ, ਜਾਂ ਇਹ ਕਹਿ ਲਓ ਕਿ ਉਹਨਾਂ ਨੂੰ ਲੱਗਦਾ ਹੈ ਕਿ ਬਈ ਇਹ ਨਵੀਨੀਕਰਨ ਨਾ ਹੀ ਹੋਵੇ ਤਾਂ ਚੰਗਾ ਹੈ। ਕੌਣ ਨੇ ਸੋਚ ਸਕਦਾ ਹੈ ਸਾਰੀ ਸੰਗਤ ਨੂੰ? ਅਗਰ ਨਵੀਨੀਕਰਨ ਦੇ ਚ ਰੋੜਾ ਨੇ, ਇਹਦਾ ਉਹਨਾਂ ਦਾ ਮਕਸਦ ਕੀ ਹੋ ਸਕਦਾ ਹੈ? ਤੁਹਾਨੂੰ ਕੀ ਲੱਗਦਾ ਇਹਦੇ ਵਿੱਚ? ਬਈ ਇਹਦੇ 2 ਮਕਸਦ ਨੇ। ਇੱਕ ਤਾਂ ਦੇਖੋ ਇਹਨਾਂ ਦੀ ਸਿੱਖਿਆ ਸਮਿਤੀਆਂ ਉਹਨਾਂ ਦੇ ਮਾਫਿਕ ਨਹੀਂ ਬਣੀਆਂ। ਅਗਰ ਉਹ ਬਹੁਮਤ ਨਾਲ ਨਹੀਂ ਬਣਾ ਪਾਏ, ਉਹਦੇ ਵਿੱਚ ਕਿਸੇ ਦਾ ਦੋਸ਼ ਨਹੀਂ ਹੈਗਾ। ਇਹ ਤਾਂ ਦੇਖੋ ਬਹੁਮਤ ਹੋਣਾ ਜਾਂ ਇਹ ਤਾਂ ਕਿਸੇ ਵੀ ਸਦਨ ਦੇ ਅੰਦਰ ਕਿਸੇ ਪ੍ਰਪੋਜ਼ਲ ਤੇ ਇੱਕ ਪਾਸੇ ਵੋਟ ਜ਼ਿਆਦਾ ਹੋ ਜਾਂਦੇ ਨੇ, ਕਿਸੇ ਪਾਸੇ ਘਟ ਜਾਂਦੇ ਨੇ। ਅਗਰ ਕਿਸੇ ਦੇ ਹੱਕ ਵਿੱਚ ਉਹ ਨਹੀਂ ਬਣ ਪਾਈ ਤਾਂ ਇਹਦਾ ਇਹ ਮਤਲਬ ਨਹੀਂ ਕਿ ਮੈਂ ਇਹਦੀ ਬਦਲਾ ਗੁਰਦੁਆਰੇ ਨਾਲ ਕੱਢਾਂਗਾ ਕਿ ਮੈਂ ਗੁਰਦੁਆਰੇ ਦਾ ਪਰਸਨਲ ਨਿੱਜੀ ਉਹਨਾਂ ਦਾ ਹਿੱਤ ਹੈ ਇਹਦੇ। ਮੇਰੇ ਹਿਸਾਬ ਨਾਲ ਜਨਰਲ ਸੈਕਟਰੀ ਦਾ ਕੰਮ ਹੈਗਾ, ਜਨਰਲ ਸੈਕਟਰੀ ਦਾ ਫਰਜ਼ ਹੈਗਾ ਗੁਰੂ ਘਰ ਕਰਕੇ ਵੀ, ਡਿਊਟੀ ਕਰਕੇ ਵੀ, ਕਨਸਟੀਟਿਊਸ਼ਨਲੀ ਵੀ। ਬਈ ਅਗਰ ਉਹ ਸਾਈਨ ਨਹੀਂ ਕਰ ਰਹੇ ਤੇ ਬਾਈਲੌਜ ਕੀ ਕਹਿੰਦਾ? ਫਿਰ ਤੁਸੀਂ ਕੀ ਸਟੈਪ, ਫਿਰ ਉਹਦੇ ਚ ਕੀ ਹੋ ਸਕਦਾ? ਬਾਈਲੌਜ ਕੁਝ ਨਹੀਂ ਕਹਿੰਦਾ ਇਸ ਬਾਰੇ, ਸਾਇਲੈਂਟ ਹੈਗਾ। ਮੈਂ ਸਰਦਾਰ ਰਾਜਪਾਲ ਸਿੰਘ ਜੀ ਨੂੰ ਸਰਕਾਰ ਦੇ ਨੁਮਾਇੰਦੇ ਹੋ ਕੇ ਉਹਨਾਂ ਗੱਲ ਕੀਤੀ ਹੈ, ਉਹਦਾ ਨਵੀਨੀਕਰਨ ਕਿਉਂ ਨਹੀਂ ਕਰਾਉਂਦੇ? ਅਗਰ ਉਹ ਵਾਕਈ ਸਰਕਾਰ ਦੇ ਨੁਮਾਇੰਦੇ ਨੇ ਤਾਂ ਉਹਨਾਂ ਨੂੰ ਚਾਹੀਦਾ ਜਿਹੜੀ ਸਿੱਖਿਆ ਸਮਿਤੀ ਪਾਸ ਹੋਈ ਉਹਨੂੰ ਅਪਰੂਵਲ ਕਰਾਵਣ ਸਰਕਾਰ ਤੋਂ, ਸਰਕਾਰ ਦੀ ਮਦਦ ਕਰਨ, ਗੁਰਦੁਆਰੇ ਦੀ ਮਦਦ ਕਰਨ, ਨਾਲੇ ਗੁਰਦੁਆਰੇ ਦਾ ਨਵੀਨੀਕਰਨ ਕਰਾਵਣ। ਇਹ ਮੇਨ 2 ਬੜੇ ਵੱਡੇ ਇਸ਼ੂ ਨੇ, ਨਵੀਨੀਕਰਨ ਦਾ ਤੇ ਤੁਸੀਂ ਕਹਿੰਦੇ ਜਿਹੜਾ ਸਿੱਖਿਆ ਸਮਿਤੀ ਦਾ। ਅਗਰ ਸਿੱਖਿਆ ਸਮਿਤੀ ਦੀ ਸਾਡੀ ਕਮੇਟੀ ਬਣ ਜਾਂਦੀ ਹੈ, ਮੇਰੇ ਖਿਆਲ ਨਾਲ 6 ਲੱਖ ਰੁਪਈਆ 5-6 ਲੱਖ ਦੇ ਕਰੀਬ ਜਿਹੜਾ ਪਰਮਨ ਦਾ ਨੁਕਸਾਨ ਹੋ ਰਿਹਾ। ਪਿਛਲੇ 5 ਸਾਲ ਵੀ ਕਮੇਟੀ ਨਹੀਂ ਕਰਾ ਪਾਈ ਤੇ ਹੁਣ ਵੀ ਹੋ ਰਿਹਾ। ਹੁਣ ਤੁਹਾਡੀ ਕਮੇਟੀ ਤੋਂ ਆਸ ਜੱਗੀ ਸੀ, ਲੇਕਿਨ ਹਾਲਾਤ ਤਾਂ ਉਸੇ ਤਰ੍ਹਾਂ ਹੀ ਆ ਗਏ। ਬਈ ਮੈਂ ਦੱਸ ਰਿਹਾ ਕਿ ਮੈਂ ਸੰਗਤ ਨੂੰ ਪਹਿਲੇ ਹੀ ਦੱਸੀ ਜਾਣਾ, ਗੁਰਦੁਆਰੇ ਦੇ ਅੰਦਰ ਜਿਹੜੀ ਪਾਰਟੀਬਾਜੀ ਨੇ ਨੁਕਸਾਨ ਕੀਤਾ ਹੋਇਆ ਹੈ ਉਹ ਅੱਜ ਵੀ ਬਦਸਤੂਰ ਜਾਰੀ ਹੈਗਾ। ਅਸੀਂ ਜ਼ਿਆਦਾਤਰ ਬਿੰਦੂਆਂ ਤੇ ਜਿਹੜਾ ਹੈ ਬਹੁਮਤ ਨਾਲ ਕੰਮ ਕੀਤੀ ਚੱਲੇ ਜਾ ਰਹੇ ਹਾਂ। ਇਸ ਟਾਈਮ ਜਿਵੇਂ ਸਾਰੇ ਪ੍ਰੋਜੈਕਟ ਆਪਣੇ ਚੱਲ ਰਹੇ ਨੇ ਕੰਸਟਰਕਸ਼ਨ ਦੇ, ਸਾਰੇ ਕੰਮ ਚੱਲਦੇ ਪਏ ਨੇ ਜਿੱਥੇ ਨਹੀਂ ਹੈਗਾ, ਲੇਕਿਨ ਸਿੱਖਿਆ ਸਮਿਤੀ ਵਿੱਚ ਅੜਚਨ ਹੈਗੀ ਹੈ, ਦੂਸਰਾ ਨਵੀਨੀਕਰਨ ਵਿੱਚ। ਇਹਨਾਂ ਦੋਨਾਂ ਵਿੱਚ ਜਿਹੜਾ ਹੈ ਇਹ ਰੋੜੇ ਅਟਕਾ ਰਹੇ ਨੇ। ਉਹਦੇ ਪਿੱਛੇ ਉਹਨਾਂ ਦੀ ਮਨਸ਼ਾ ਕੀ ਹੈਗੀ ਹੈ? ਜਿਵੇਂ ਅੱਜ ਬਿਲਕੁਲ ਜੀ, ਅਸੀਂ ਸਰਦਾਰ ਰਾਜਪਾਲ ਸਿੰਘ ਜੀ ਨੂੰ ਇਸ ਮਸਲੇ ਤੇ ਅਸੀਂ 1-2 ਦਿਨ ਤੱਕ ਰੂਬਰੂ ਹੋਣਾ, ਇਹ ਅਸੀਂ ਉਹਨਾਂ ਤੋਂ ਪੁੱਛਾਂਗੇ ਵੀ ਆਖਰ ਕੀ ਦਿੱਕਤ ਕੀ ਹੈ। ਇੱਕ ਚੀਜ਼ ਹੋਰ, ਇੱਕ ਉਹਨਾਂ ਨੇ ਆਰੋਪ ਹੋਰ ਲਗਾਇਆ ਸੀ ਕਿ ਤੁਹਾਡੇ ਘਰ ਗੁਰਦੁਆਰਾ ਸਾਹਿਬ ਦੀ ਗੱਡੀ ਆਉਂਦੀ ਹੈ, 2-2.5 ਹਜ਼ਾਰ ਰੁਪਏ ਦਾ ਪਰ ਵਿਜ਼ਿਟ ਦਾ ਜਿਹੜਾ ਖਰਚਾ ਹੈ ਗੁਰਦੁਆਰਾ ਕਮੇਟੀ ਤੇ ਪੈ ਰਿਹਾ। ਤੁਸੀਂ ਉੱਥੇ ਮੰਥਲੀ ਜਿਹੜਾ ਹੈ ਕਿ ਜ਼ਿਆਦਾਤਰ ਨਹੀਂ ਜਾਂਦੇ ਹੋ, ਜਿਹਦੇ ਕਰਕੇ ਕੰਮ ਵੀ ਰੁਕੇ ਹੋਏ ਨੇ ਤੇ ਜਿਹੜਾ ਅਤਿਰਿਕਤ ਬੋਝ ਹੈ ਇਹ ਵੀ ਗੁਰਦੁਆਰਾ ਕਮੇਟੀ ਦੇ ਪੈ ਰਿਹਾ। ਇਹਦਾ ਕਿਉਂਕਿ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਇਹ ਵੀ ਦਾਅਵਾ ਕੀਤਾ। ਚਲੋ ਮੈਂ ਤੁਹਾਨੂੰ ਇਹਦਾ ਵੀ ਦੱਸ ਦਿਆਂ। ਦੇਖੋ ਇਸ ਤਰ੍ਹਾਂ ਹੈਗਾ ਹੈ ਕਿ ਜੋ ਅਧਿਕਸ਼ ਦੀ ਪੋਸਟ ਹੁੰਦੀ ਹੈ ਜਾਂ ਜਨਰਲ ਸੈਕਟਰੀ ਦੀ ਪੋਸਟ ਹੁੰਦੀ ਹੈ, ਇਹ ਕਿਉਂਕਿ 7 ਜ਼ਿਲ੍ਹਿਆਂ ਦਾ ਸੰਸਥਾ ਹੈਗੀ ਹੈ, ਕੋਈ ਕਿਸੇ ਜ਼ਿਲ੍ਹੇ ਵਿੱਚੋਂ ਅਗਰ ਕੋਈ ਪਦਾਧਿਕਾਰੀ ਬੰਦਾ ਹੈ ਤਾਂ ਉਹਦਾ ਕੋਈ ਆਵਾਸ ਨਹੀਂ ਬੰਦਾ ਨਾਨਕ ਮੱਤਾ ਸਾਹਿਬ ਅੱਜ। ਉਹ ਆਉਂਦੇ ਜਾਂਦੇ ਨੇ, ਆਉਂਦੇ ਜਾਂਦੇ ਹੀ ਕੰਮ ਕਰਦੇ ਹੁੰਦੇ, ਸੇਵਾ ਕਰਦੇ ਹੁੰਦੇ ਨੇ। ਗੁਰਦੁਆਰੇ ਦੀ ਗੱਡੀਆਂ ਤਾਂ ਉਦੋਂ ਵੀ ਆਉਂਦੀਆਂ ਸੀ ਜਦੋਂ ਰਿਸੀਵਰ ਸਿਸਟਮ ਵਿੱਚ ਡੀਐਮ ਕੋਲ ਆਉਂਦੇ ਸੀ, ਜਾਂ ਜਦੋਂ ਸ਼੍ਰੀਮਤੀ ਰਾਜ ਰਾਏ ਸਿੰਘ ਮੰਤਰੀ ਜੀ ਹੁੰਦੇ ਸੀ ਤਾਂ ਲਖਨਊ ਤੇ ਪੀਲੀਭੀਤ ਵੀ ਸਾਈਨ ਕਰਾਉਣ ਜਾਂਦੇ ਸੀ। ਇਹ ਕੋਈ ਐਸੀ ਚੀਜ਼ ਨਹੀਂ ਹੈਗੀ ਕਿ ਕਿਸੇ ਤੁਸੀਂ ਹਰ ਮਹੀਨੇ ਕਿੰਨੇ ਚੱਕਰ ਲਵਾਉਂਦੇ ਹੋ? ਮੇਰੇ ਕੋਲ ਤਾਂ ਇੱਕ ਚੱਕਰ ਵੀ ਨਹੀਂ ਲੱਗਦਾ, ਬੜੀ ਮੁਸ਼ਕਿਲ ਕਦੀ ਇੱਕ ਵਾਰੀ ਰਵਾਇਆ, ਲੇਕਿਨ ਉਹ ਵੀ ਤੁਹਾਨੂੰ ਦੱਸ ਦਿਆਂ ਕਿ ਉਹਦਾ ਮੈਂ ਤਾਂ ਕਹਿ ਰਿਹਾ ਬਚਤ ਕਰਨਾ। ਮੈਂ ਰਾਜਪਾਲ ਸਿੰਘ ਜੀ ਰਾਜ ਮੰਤਰੀ ਦਰਜਾ ਹੈਗਾ, ਉਹਨਾਂ ਨੂੰ ਸਰਕਾਰੀ ਗੱਡੀ ਮਿਲੀ ਹੋਈ ਹੈ,
50,000 ਰੁਪਏ ਮਹੀਨੇ ਦਾ ਸਰਕਾਰ ਦਾ ਨੁਕਸਾਨ ਕਰਦੇ ਨੇ। ਮੈਨੂੰ ਗੁਰਦੁਆਰੇ ਸਾਹਿਬ ਵੱਲੋਂ ਗੱਡੀ ਦਾ ਐਂਟਾਈਟਲਮੈਂਟ ਮਿਲਿਆ ਹੋਇਆ ਹੈ, ਪਰ ਮੈਂ ਕਦੀ ਗੱਡੀ ਵਰਤੀ ਕੋਈ ਨਹੀਂ। ਜੇ ਮੈਂ ਗੱਡੀ ਵਰਤਾਂ ਤਾਂ 40-50,000 ਰੁਪਏ ਗੁਰਦੁਆਰੇ ਦਾ ਹੋਰ ਖਰਚਾ ਹੁੰਦਾ ਹੈ, ਪਰ ਮੈਂ ਆਪਣੀ ਗੱਡੀ ਨਾਲ ਹੀ ਸੇਵਾ। ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜਾ ਉਹਨਾਂ ਨੇ ਆਰੋਪ ਲਗਾਇਆ ਕਿ 2-2.5 ਪਰ ਵੀ ਨੁਕਸਾਨ ਹੈ, ਤੁਸੀਂ ਆਪਣੇ ਤਰਫੋਂ ਕਹਿੰਦੇ ਤੁਸੀਂ ਗੁਰਦਾ ਫਾਇਦਾ ਕਰ ਰਹੇ ਹੋ, ਉਲਟਾ ਬਚਤ ਕਰ ਰਹੇ ਹੋ। ਮੈਂ ਤਾਂ ਕਹਿ ਰਿਹਾ ਕਿ ਅਗਰ ਮੈਂ 50,000 ਰੁਪਏ ਬਚਾ ਰਿਹਾ ਗੁਰਦੁਆਰੇ ਦਾ ਔਰ 2,000 ਰੁਪਏ ਲੱਗ ਵੀ ਜਾਂਦਾ ਤਾਂ 48,000 ਦੀ ਬਚਤ ਹੀ ਹੈ ਨਾ। ਮੈਂ ਕਹਿ ਰਿਹਾ ਕਿ ਅਗਰ ਇੱਕ ਅੱਧੀ ਵਾਰੀ ਆ ਜਾਂਦੇ ਨੇ ਐਮਰਜੈਂਸੀ ਦਸਤਖਤ ਕਰਾ ਵੀ ਲੈਂਦੇ ਨੇ ਤਾਂ ਮੈਂ ਸਰਕਾਰੀ ਗੱਡੀ ਅਗਰ ਮੇਰੇ ਕੋਲ ਹੋਵੇ ਮੈਂ ਤਾਂ ਰੋਜ਼ ਚਲਾ ਜਾਵਾਂ, ਪਰ ਮੈਂ ਗੁਰਦੁਆਰੇ ਦੀ ਬਚਤ ਹੀ ਕਰ ਰਿਹਾ ਨਾ। ਜਿੰਨੀ ਜ਼ਰੂਰਤ ਹੁੰਦੀ ਉਹਨਾਂ ਜਾਈਦਾ, ਜਿੰਨੀ ਨਹੀਂ ਜ਼ਰੂਰਤ ਹੁੰਦੀ ਉੱਥੇ ਨਹੀਂ ਜਾਈਦਾ। ਠੀਕ ਹੈ ਜੀ। ਅੱਛਾ, ਹੋਰ ਕੋਈ ਜਿਹੜੇ ਉਹਨਾਂ ਨੇ ਤੁਹਾਡਾ ਫਾਰਮ ਦੀ ਗੱਲ ਕਰ ਲਓ। ਹਾਂ, ਫਾਰਮ ਦੇ ਹਾਲਾਤ ਮੈਨੂੰ ਯਾਦ ਆ ਗਿਆ। ਉਹਨਾਂ ਨੇ ਕਿਹਾ ਕਿ ਫਾਰਮ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਕਿ ਅੱਜ ਤੱਕ ਦਾ ਰਿਕਾਰਡ ਰਿਹਾ ਹੈ ਜਿੰਨੇ ਹਾਲਾਤ ਇਸ ਵੇਲੇ ਖਰਾਬ ਨੇ ਤੁਹਾਡੇ ਕਾਰਕਾਲ ਦੇ ਵਿੱਚ ਉਹ ਅੱਜ ਤੱਕ ਨਹੀਂ ਹੋਏ। ਦੇਖੋ, ਸਟੇਟਮੈਂਟ ਵੇਖਣ ਵਿੱਚ ਬਹੁਤ ਅੱਛਾ ਲੱਗਦਾ ਹੈ, ਬਹੁਤ ਖੂਬਸੂਰਤ ਲੱਗ ਰਿਹਾ ਹੈ। ਮੇਰੇ ਵਿਚਾਰ ਨਾਲ ਫਾਰਮ ਇਹਨਾਂ ਦਾ ਹਮੇਸ਼ਾ ਤੋਂ ਘਾਟੇ ਤੇ ਰਿਹਾ ਹੈ। ਇਸ ਵਾਰੀ ਮੈਂ ਤੁਹਾਨੂੰ ਦੱਸ ਦਿਆਂ ਕਿ ਕਣਕ ਜਿਹੜੀ ਹੈਗੀ ਹੈ, ਇਹ ਜਦੋਂ ਕਣਕ ਹੋਈ ਸੀ ਇਹ 1900 ਰੁਪਏ ਵੇਚਦੇ ਪਏ ਸੀ। ਮੇਰੇ ਕੋਲ ਪਰਮਿਸ਼ਨ ਲੈਣ ਆਏ ਸੀ, ਮੈਂ ਉਦੋਂ ਰੁਕਵਾਈ ਔਰ 2800-2900 ਰੁਪਏ ਤੇ ਵੇਚੀ ਆਪਾਂ। ਤੇ ਇਹਦੇ ਨਾਲ ਕਿੰਨਾ ਫਾਇਦਾ ਹੋਇਆ ਨੁਕਸਾਨ ਹੋਇਆ ਇਹ ਤਾਂ ਸੰਗਤ ਵੀ ਸਮਝ ਸਕਦੀ। ਉਹਨਾਂ ਨੇ ਕਿੰਨਾ ਤੱਥਾਂ ਦੇ ਆਧਾਰ ਤੇ ਕਿਹਾ ਕਿ ਫਾਰਮ ਹਾਊਸ ਖਰੇ ਜਿਹੜੇ ਘਾਟੇ ਵਿੱਚ ਜਾ ਰਹੇ ਨੇ, ਇਹਨੇ ਹਾਲਾਤ ਜਿਹੜੇ ਖਰਾਬ ਨੇ ਉਹ ਅੱਜ ਤੱਕ ਨਹੀਂ ਰਹੇ। ਆਖਰ ਉਹਨਾਂ ਕੋਲ ਹੀ ਉਹ ਵੀ ਇੱਕ ਮੇਰੇ ਖਿਆਲ ਸਤਿਕਾਰਕ ਅਹੁਦੇ ਤੇ ਨੇ ਤੇ ਉਹ ਵੀ ਬਿਨਾਂ ਤੱਥਾਂ ਦੇ ਆਧਾਰ ਤੇ ਗੱਲ ਤਾਂ ਨਹੀਂ ਕਰਨਗੇ। ਜੇ ਤਾਂ ਉਹਨਾਂ ਕੋਲ ਡਾਟਾ ਕੋਈ ਰੱਖਣ ਤਾਂ ਮੈਂ ਉਹਨਾਂ ਦਾ ਡਾਟਾ ਦਾ ਖੰਡਨ ਕਰ ਦਿਆਂ ਹਾਂ। ਜੇ ਡਾਟਾ ਨਹੀਂ ਹੈਗਾ ਤਾਂ ਮੈਂ ਤਾਂ ਤੁਹਾਨੂੰ ਡਾਟੇ ਨਾਲ ਦੱਸ ਰਿਹਾ ਕਿ ਜਿਹੜੀ ਕਣਕ 1900 ਰੁਪਏ ਤੇ ਵੇਚਣੀ ਸੀ ਉਹ ਅਸੀਂ ਸਟੋਰ ਕਰਕੇ 2800-2900 ਤੇ 1000 ਰੁਪਏ ਜ਼ਿਆਦਾ ਤੇ ਵੇਚੀ ਹੈ। ਤੇ ਇਹਦੇ ਨਾਲ ਫਾਇਦਾ ਹੋਇਆ ਹੈ, ਨੁਕਸਾਨ ਹੋਇਆ। ਜਿੰਨੀ ਮੈਂ ਰੋਕ ਟੋਕ ਕਰ ਲਗਾਣਾ ਡਾਕਟਰ ਸਾਹਿਬ ਤੁਸੀਂ ਹੋਰ ਸੁਣ ਲਓ। ਪਹਿਲੀ ਵਾਰੀ ਫਾਰਮ ਤੇ ਹੁਣ ਮੈਂ ਸੰਭਾਲ ਕੀਤੀ ਹੈ ਕਿ ਜਿੰਨੀ ਆਪਾਂ ਲੋਅਰ ਜ਼ਮੀਨ ਹੈਗੀ ਹੈ, ਕਿਉਂਕਿ ਇਹ ਖਾਦ ਪਾਣੀ ਦਵਾਈਆਂ ਦੇ ਨਾਂ ਤੇ ਖਰਚੇ ਬਹੁਤ ਜ਼ਿਆਦਾ ਕਰਦੇ ਸੀ। ਮੈਂ 100 ਏਕੜ ਤੇ ਯੂਕੈਲਿਪਟਸ ਪਲਾਂਟੇਸ਼ਨ ਕਰਾਉਣ ਦਾ ਪ੍ਰਸਤਾਵ ਪਾਰਿਤ ਕਰਾਇਆ ਪਿਛਲੀ ਕਮੇਟੀ 'ਚ। ਇਹ ਜਦੋਂ ਅਸੀਂ ਕਰ ਦਿਆਂਗੇ ਤਾਂ 4-5 ਸਾਲ ਦੇ ਤਾਂ ਵੈਸੇ ਹੀ ਖਰਚੇ ਰੁਕ ਜਾਣੇ ਨੇ। ਤੇ ਇਹ ਫਾਰਮ ਕਮੇਟੀ ਨੂੰ ਜਿਸ ਤਰੀਕੇ ਇਹ ਫਾਰਮ ਦਾ ਨੁਕਸਾਨ ਕਰਦੇ ਰਹਿੰਦੇ ਨੇ ਉਹਦੀ ਰੋਕ ਟੋਕ ਕਰਨਾ ਸਾਡਾ ਬਹੁਤ ਜ਼ਰੂਰੀ ਹੈਗਾ ਹੈ। ਔਰ ਇਹਦੀ ਤਕਲੀਫ ਹੁੰਦੀ ਕਿਤੇ ਨਾ ਕਿਤੇ, ਉਹ ਕਿਤੇ ਨਾ ਕਿਤੇ ਪਹੁੰਚਦੀ ਹੈ। ਦੇਖੋ, ਉਹਨਾਂ ਨੇ ਜਿਹੜੇ ਆਰੋਪ ਲਗਾਏ ਨੇ, ਤੁਸੀਂ ਹਰ ਆਰੋਪ ਦਾ ਕਹਿੰਦੇ ਹੋ ਕਿ ਉਹਨਾਂ ਦਾ ਆਰੋਪ ਜਿਹੜੇ ਨੇ ਝੂਠੇ ਨੇ। ਮਨਸ਼ਾ ਕੀ ਹੈ ਫਿਰ? ਭਈ ਉਹਨਾਂ ਨੇ ਵੀ ਜਿਹੜੇ ਆਖਰ ਕੁਛ ਤਾਂ ਉਹਨਾਂ ਕੋਲ ਤੱਥ ਹੋਣੇ। ਅਸੀਂ ਥੋੜੇ ਦਿਨ ਬਾਅਦ ਉਹਨਾਂ ਨਾਲ ਰੂਬਰੂ ਹੋਵਾਂਗੇ, ਆਖਰ ਉਹਨਾਂ ਕੋਲ ਤੱਥ ਕੀ ਨੇ ਜਿਹੜੇ ਉਹਨਾਂ ਨੇ ਆਰੋਪ ਮੜੇ ਨੇ। ਤੁਹਾਨੂੰ ਕੀ ਲੱਗਦਾ ਮਨਸ਼ਾ ਕੀ ਹੈ ਫਿਰ? ਅਗਰ ਤੁਸੀਂ ਕਹਿੰਦੇ ਆਰੋਪ ਜਿਹੜੇ ਝੂਠੇ ਨੇ, ਮਨਸ਼ਾ ਕੀ ਹੈ ਫਿਰ? ਦੇਖੋ, ਮੈਂ ਤਾਂ ਕਹਿ ਰਿਹਾ ਡਾਟਾ ਨਾਲ ਗੱਲ ਕਰਨ। ਜਿੰਨੇ ਵੀ ਕੋਈ ਗੱਲ ਕਰਨੀ ਹੈ ਉਹ ਡੇਟਾ ਨਾਲ ਗੱਲ ਕਰੇ। ਬਈ ਉਹ ਆਪਣੀ ਹਰ ਚੀਜ਼ ਦੇਖ ਲੈਣ। ਫਾਰਮ ਦਾ ਹੈ ਤਾਂ ਫਾਰਮ ਨਾਲ ਕੰਪੈਰੀਜ਼ਨ ਕਰਨ, ਆਪਣੇ ਪਿਛਲੇ ਫਾਰਮਾਂ ਦੀ ਇਨਕਮ ਦੇਖ ਲੈਣ, ਪਿਛਲੇ 8-10 ਸਾਲ ਦਾ ਰਿਕਾਰਡ ਕੱਢ ਲੈਣ, ਉਹਦਾ ਮਿਲਾਨ ਕਰ ਲੈਣ। ਲੇਟੈਸਟ ਸਟੇਟਸ ਕੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮੱਤਾ ਸਾਹਿਬ ਦਾ? ਉੱਥੇ ਕਿਸ ਤਰ੍ਹਾਂ ਦੇ ਕੰਮ ਚੱਲ ਰਹੇ ਨੇ ਤੇ ਭਵਿੱਖ ਦੇ ਵਿੱਚ ਤੁਹਾਡੀ ਕੀ ਯੋਜਨਾ? ਇਹ ਥੋੜਾ ਜਿਹਾ ਘੱਟ ਸ਼ਬਦਾਂ ਵਿੱਚ ਤੁਸੀਂ ਦੱਸੋ, ਫਿਰ ਆਪਾਂ ਇੱਥੇ ਸਮਾਪਤ ਕਰਾਂਗੇ। ਦੇਖੋ, ਇਸ ਟਾਈਮ ਜਿਹੜੇ ਕੰਮ ਚੱਲ ਰਹੇ ਨੇ, ਇਸ ਟਾਈਮ ਗੁਰਦੁਆਰੇ ਵਿੱਚ ਦਰਬਾਰ ਹਾਲ ਦੇ ਅੰਦਰ ਕੰਮ ਚੱਲ ਰਿਹਾ ਹੈ ਖੂਬ ਬੜੇ ਪੈਮਾਨੇ ਤੇ। ਤੁਸੀਂ 1 ਮਹੀਨੇ 2 ਮਹੀਨੇ ਬਾਅਦ ਦੁਬਾਰਾ ਆਓਗੇ ਤਾਂ ਤੁਸੀਂ ਆਪ ਦੱਸੋਗੇ, ਮੈਨੂੰ ਦੱਸਣ ਦੀ ਲੋੜ ਕੰਮ ਦੱਸੇਗਾ, ਮੈਨੂੰ ਆਪਣੇ ਆਪ ਦੱਸਣ ਦੀ ਲੋੜ ਨਹੀਂ ਹੈਗੀ। ਲੰਗਰ ਹਾਲ ਵਿੱਚ ਆਲਰੇਡੀ ਕੰਮ ਅੱਧਾ ਹੋ ਚੁੱਕਿਆ ਹੈ ਔਰ ਬਹੁਤ ਥੋੜਾ ਜਿਹਾ ਹੋਰ ਰਹਿ ਗਿਆ ਹੈ। ਇਸ ਦੇ ਇਲਾਵਾ ਕਾਲਜ ਵਿੱਚ, ਸਕੂਲ ਵਿੱਚ ਤੁਸੀਂ ਅੱਜ ਮੇਰੀ ਫੇਸਬੁੱਕ ਸਟੋਰੀ ਹੈਗੀ ਮੇਰੇ ਨਾਂ ਤੇ ਦੇਖੋਗੇ, ਉਹਦੇ ਵਿੱਚ ਮੈਂ ਸਮਰੀ ਦਿੱਤੀ ਫੋਟੋ ਦੇ ਨਾਲ। ਉਹ ਤੁਹਾਡਾ ਲੰਗਰ ਹਾਲ ਦੇ ਅੰਦਰ, ਤੁਹਾਡਾ ਸਕੂਲ ਦੇ ਅੰਦਰ ਕੀ ਕੰਮ ਚੱਲ ਰਿਹਾ ਹੈ। ਦੁਕਾਨਾਂ ਇਹਨਾਂ ਪੈਸੇ ਲਏ ਹੋਏ ਸੀ 4 ਸਾਲ ਪਹਿਲੇ, ਦੁਕਾਨਾਂ ਦੇ ਜਮ੍ਹਾਂ ਕਰ ਲਏ ਸੀ ਔਰ ਦੁਕਾਨਾਂ ਪੂਰੀ ਕਰਕੇ ਅੱਜ ਤੱਕ ਨਹੀਂ ਦਿੱਤੀਆਂ। ਉਹ ਵੀ ਸਾਰਾ ਕੰਮ ਇਸ ਟਾਈਮ ਚੱਲਦਾ ਹੈ, ਫੋਟੋ ਤੁਸੀਂ ਉਹਦੇ ਵਿੱਚ ਦੇਖ ਸਕਦੇ ਹੋ। ਦੀਵਾਨ ਹਾਲ 'ਚ ਇਹਨਾਂ ਦਾ ਕੀ ਵਿਰੋਧ ਹੈਗਾ, ਕੀ ਉਹਦਾ ਕਾਰਨ ਹੈਗਾ, ਇਹ ਜਿਹੜੇ ਪੁਰਾਣੇ ਲੋਕ ਰਹੇ ਉਹਨਾਂ ਨੂੰ ਸਭ ਜਾਣਕਾਰੀ ਹੈਗੀ ਹੈ ਔਰ ਕਿਹਨੂੰ ਤਕਲੀਫ ਹੈਗੀ, ਕਿੱਥੇ ਤਕਲੀਫ ਹੈਗੀ, ਇਹ ਵੀ ਲੋਕ ਸਮਝਦੇ ਨੇ। ਮੈਨੂੰ ਜ਼ਰੂਰਤ ਹੋਈ ਤਾਂ ਮੈਂ ਖੁੱਲ ਕੇ ਵੀ ਦੱਸ ਦਿਆਂਗਾ। ਅੱਜ ਨਹੀਂ ਬੋਲੋਗੇ ਖੁੱਲ ਕੇ? ਨਹੀਂ, ਮੈਂ ਸਿੱਧਾ ਪ੍ਰਤੱਖ ਕੋਈ ਕਿਸੇ ਉੱਤੇ ਆਰੋਪ ਨਹੀਂ ਲਗਾਉਂਦਾ, ਲੇਕਿਨ ਜਿਹੜੇ ਉੱਥੇ ਦੀ ਰਾਜਨੀਤੀ ਸਮਝਦੇ ਨੇ ਉਹਨਾਂ ਨੂੰ ਸਾਰੀ ਜਾਣਕਾਰੀ ਹੈ। ਚਲੋ, ਇਸ਼ਾਰਾ ਤੁਸੀਂ ਜਵਾਬ ਦੇ ਦਿਓ। ਹਾਂਜੀ ਹਾਂਜੀ। ਅੱਛਾ ਡਾਕਟਰ ਸਾਹਿਬ ਜੀ, ਅਸੀਂ ਕੋਸ਼ਿਸ਼ ਕਰਾਂਗੇ ਕਿ ਥੋੜੇ ਦਿਨ ਤੱਕ ਜਾ ਕੇ ਉੱਥੇ ਜਾ ਕੇ ਵਿਜ਼ਿਟ ਕਰੀਏ ਨਾਨਕ ਮੱਤਾ ਸਾਹਿਬ। ਅਸੀਂ ਆਪਣੇ ਕੈਮਰੇ ਨਾਲ ਦਿਖਾਉਣਾ ਚਾਹਾਂਗੇ ਕਿ ਇਸ ਵੇਲੇ, ਕਿਉਂਕਿ ਉਹਨਾਂ ਨੇ ਆਰੋਪ ਲਗਾਏ, ਤੁਸੀਂ ਆਰੋਪ ਦੇ ਜਵਾਬ ਦੇ ਦਿੱਤੇ ਵੀ ਕੈਮਰੇ ਸਾਹਮਣੇ ਉਹ ਵੀ ਬੋਲ ਗਏ ਤੇ ਤੁਸੀਂ ਵੀ ਬੋਲ ਗਏ। ਅਸੀਂ ਚਾਹਾਂਗੇ ਕਿ ਅਸੀਂ ਮੌਕੇ ਤੇ ਜਾ ਕੇ ਪੜਤਾਲ ਕਰੀਏ ਕਿ ਉੱਥੇ ਵਾਕਈ ਕਿਸ ਤਰ੍ਹਾਂ ਦੀ ਕੰਸਟਰਕਸ਼ਨ ਹੋ ਰਿਹਾ ਹੈ
ਤੇ ਹੋਰ ਉੱਥੇ ਕੀ ਕੀ ਤੁਹਾਡੀ ਜਿਸ ਤਰ੍ਹਾਂ ਤੁਸੀਂ ਫਿਊਚਰ ਪਲਾਨਿੰਗ ਦੱਸੀ ਉਹਦੇ ਚ ਕੀ ਅਪਡੇਟ ਹੈ, ਕੁਝ ਹੋਰ ਕਹਿਣਾ ਚਾਹੁੰਦੇ ਤੁਸੀਂ? ਮੈਂ ਚਾਹਨਾ ਜਿਹੜਾ ਅੱਜ ਤੁਸੀਂ ਉੱਥੇ ਜਿਹੜੇ ਕੰਮ ਚੱਲ ਰਹੇ ਨੇ ਉਹਦੀ ਸਮਰੀ ਤੁਸੀਂ ਦੇਖ ਸਕਦੇ ਹੋ, ਤੇ ਅਗਰ ਇਹ ਕਵਰ ਹੋ ਜਾਂਦਾ ਤਾਂ ਇਹ ਦੇਖੋ ਮੈਂ ਪੋਸਟ ਪਾਈ ਸੀ। ਥੋੜਾ ਜਿਹਾ ਇਦਾਂ ਕਰੋ, ਇਹ ਦੇਖੋ ਮੈਂ ਅਜੇ ਮੇਰੀ ਫੇਸਬੁੱਕ ਸਟੋਰੀ ਤੇ ਦਿਖਾਇਆ ਜਾ ਰਿਹਾ ਹੈ। ਯਾਨੀ ਕਿ ਤੁਸੀਂ ਇੱਕ ਹੀ ਚੀਜ਼ ਆਪਣੀ ਫੇਸਬੁੱਕ ਤੇ ਪਾਉਂਦੇ ਹੋ? ਹਾਂਜੀ, ਮੈਂ ਕੋਸ਼ਿਸ਼ ਕਰਨਾ ਸੰਗਤ ਨੂੰ ਹਰ ਚੀਜ਼ ਦੱਸੀ ਚੱਲਾਂ। ਇਹ ਆਲਰੇਡੀ ਪੁਰਾਣਾ ਹੈਗਾ, ਮੈਂ ਅੱਜ ਦਾ ਰਿਕਾਰਡਿੰਗ ਨਹੀਂ ਹੈਗਾ, ਇਹ ਪੁਰਾਣਾ ਰਿਕਾਰਡਿੰਗ ਹੈਗਾ। ਕੋਈ ਗੱਲ ਨਹੀਂ। ਸੋ ਆਰੋਪ ਲਗਾਏ ਗਏ ਸੀ ਕਿਸਾਨ ਆਯੋਗ ਦੇ ਉਪਾਧਿਆਕਸ਼ ਸਰਦਾਰ ਰਾਜਪਾਲ ਸਿੰਘ ਵੱਲੋਂ, ਜਿਹੜੇ ਕਿ ਦਰਜਾ ਰਾਜ ਮੰਤਰੀ ਵੀ ਨੇ, ਬਹੁਤ ਵੱਡੇ ਵੱਡੇ ਆਰੋਪ ਸੀ। ਤੇ ਜਦੋਂ ਆਰੋਪ ਲੱਗੇ ਅਸੀਂ ਉਹਨਾਂ ਦੀ ਖਬਰ ਚਲਾਈ ਹੈ ਤੇ ਅਸੀਂ ਉਹਨਾਂ ਨੂੰ ਕਾਲ ਕੀਤੀ ਵੀ ਤੁਹਾਡੇ ਤੇ ਆਰੋਪ ਲੱਗੇ ਨੇ, ਸੰਗਤ ਨੂੰ ਜਵਾਬ ਚਾਹੀਦੇ ਨੇ, ਤੁਹਾਡੀ ਜਵਾਬਦੇਹੀ ਹੈ। ਤੇ ਇਹਨਾਂ ਨੇ ਸਾਰੇ ਜਵਾਬ ਦਿੱਤੇ ਆ। ਇੱਕ ਚੀਜ਼ ਹੋਰ ਮੈਨੂੰ ਹੁਣੇ ਜਾਂਦੇ ਜਾਂਦੇ ਇੰਟਰਵਿਊ ਕਰਦੇ ਕਿ ਮੈਨੂੰ ਯਾਦ ਆ ਗਈ ਹੈ, ਡਾਕਟਰ ਸਾਹਿਬ ਤੁਸੀਂ ਇੱਕ ਹੁਣ ਥੋੜੇ ਦਿਨ ਪਹਿਲਾਂ ਇੱਕ ਪੋਸਟ ਪਾਈ ਸੀ ਕਿ ਗ੍ਰੰਥੀ ਸਿੰਘਾਂ ਦੇ ਜਿਹੜੇ ਤੁਹਾਡੇ ਨਾਲ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਨਕ ਮੱਤਾ ਸਾਹਿਬ ਅਟੈਚ ਨੇ, ਗ੍ਰੰਥੀ ਸਿੰਘਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਦੇ ਬਾਰੇ ਤੁਸੀਂ ਸੁਝਾਅ ਮੰਗੇ ਸੀਗੇ। ਇੱਕ ਬਹੁਤ ਚਿੰਤਾ ਦਾ ਵਿਸ਼ੇ ਵੀ ਹੈ, ਇੱਕ ਬਹੁਤ ਜ਼ਰੂਰੀ ਵੀ ਹੈ। ਕਈ ਵਾਰੀ ਅਸੀਂ ਮੁੱਦੇ ਚੁੱਕਦੇ ਹਾਂ, ਕਈ ਗ੍ਰੰਥੀ ਸਿੰਘਾਂ ਦੇ ਹਾਲਾਤ ਜਿਹੜੇ ਨੇ ਉਹ ਬਹੁਤ ਖਰਾਬ ਨੇ। ਉਹਦੇ ਵੱਲ ਹੁਣ ਕੀ ਕੇਵਲ ਤੁਸੀਂ ਪੋਸਟ ਤੱਕ ਸੀਮਿਤ ਰਹਿ ਗਏ ਜਾਂ ਉਹਨੂੰ ਇੰਪਲੀਮੈਂਟ ਵੀ ਕੁਝ ਕਰੋਗੇ? ਕਿ ਇਦਾਂ ਕੱਲੀ ਪੋਸਟ ਲਾ ਕੇ ਵਾਹਵਾਹੀ ਲੁੱਟ ਲੈਣਾ ਤਾਂ ਆਮ ਗੱਲ ਹੈ, ਉਹਦੇ ਲਈ ਤੁਸੀਂ ਕਿੰਨੇ ਕੁ ਸੰਜੀਦਾ ਹੋ? ਥੋੜਾ ਜਿਹਾ ਮੈਨੂੰ ਦੱਸੋ ਜਰਾ। ਦੇਖੋ ਇਸ ਤਰ੍ਹਾਂ ਹੁੰਦਾ ਹੈ, ਜਿਹੜੀ ਪੋਸਟ ਹੁੰਦੀ ਹੈ ਉਹ ਮੇਰਾ ਇੰਡੀਵਿਜੂਅਲ ਪਰਿਪ੍ਰੇਕਸ਼ ਹੈ। ਜਿਹੜਾ ਡਿਸੀਜਨ ਹੁੰਦਾ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ, ਜਦੋਂ ਮੈਂ ਇਕੱਲਾ ਅਗਰ ਮੈਂ ਡਿਸੀਜਨ ਲਵਾਂਗਾ ਤੁਸੀਂ ਕਹੋਗੇ ਡਿਕਟੇਟਰ ਹੋ ਗਏ। ਇਸ ਕਰਕੇ ਆਰੋਪ ਤਾਂ ਲੱਗਦਾ ਹੀ ਨੇ, ਡਿਕਟੇਟਰ ਤੁਸੀਂ ਹੈ ਹੀ। ਅਗਰ ਮੈਂ ਇਕੱਲਾ ਹੀ ਡਿਸਾਈਡ ਕਰ ਦਿਆਂਗਾ ਤਾਂ ਫਿਰ ਮੈਨੂੰ ਇਹੀ ਕਹੋਗੇ ਕਿ ਡਿਕਟੇਟਰ ਹੋ ਗਏ। ਯਾਨੀ ਕਿ ਤੁਸੀਂ ਉਹ ਪ੍ਰਪੋਜ਼ਲ ਰੱਖੋਗੇ? ਮੈਂ ਉਹ ਪ੍ਰਸਤਾਵ ਆਪਣੀ ਕਮੇਟੀ 'ਚ ਰੱਖਾਂਗਾ, ਉਹ ਪਤਾ ਲੱਗ ਜਾਊਗਾ ਕਿ ਇਹਦਾ ਕੌਣ ਇਹਦਾ ਵਿਰੋਧ ਕਰਦਾ ਹੈ ਤੇ ਕੌਣ ਇਹਦੇ ਪੱਖ 'ਚ ਹੈਗੇ ਨੇ। ਜੋ ਨਿਰਣੈ ਹੋਏਗਾ ਸੰਗਤ ਦੇ ਸਾਹਮਣੇ ਲਿਆਵਾਂਗੇ। ਬਲਾਲ ਮੇਰਾ ਪਰਸਨਲ ਮਤ ਹੈਗਾ ਕਿ ਜਿੰਨੇ ਕੌਮ ਦੀ ਸਿੱਖਿਆ ਉੱਤੇ ਵੱਧ ਤੋਂ ਵੱਧ ਖਰਚ ਕੀਤਾ ਜਾਏ ਔਰ ਇਹਦੀ ਸ਼ੁਰੂਆਤ ਆਪਣੇ ਗ੍ਰੰਥੀ ਸਿੰਘਾਂ ਦੇ ਬੱਚਿਆਂ ਨਾਲ ਕੀਤੀ ਜਾਏ। ਮੈਂ ਤਾਂ ਕਹਿੰਦਾ ਪਾਠੀ ਸਿੰਘਾਂ ਦੇ ਬੱਚਿਆਂ ਨਾਲ ਵੀ ਕੀਤੀ ਜਾਏ, ਜਿਹੜੇ ਤੁਹਾਡੇ ਖੈਰ ਬਹੁਤ, ਕਿਉਂਕਿ ਸਾਡੀ ਤਾਂ ਸ਼ੁਰੂ ਤੋਂ ਹੀ ਮੁਹਿੰਮ ਰਹੀ ਹੈ ਕਿ ਸਾਡੇ ਗ੍ਰੰਥੀ ਸਿੰਘਾਂ ਦੇ ਹਾਲਾਤ ਜਿਹੜੇ ਨੇ ਬਹੁਤ ਮਾੜੇ ਨੇ। ਇਸ ਵਾਰ ਗੁਰਪੁਰਬ ਤੇ ਕਈ ਪਿੰਡਾਂ ਦੇ ਵਿੱਚ ਪਾਠੀ ਸਿੰਘਾਂ ਨਾ ਹੋਣ ਕਰਕੇ ਗੁਰਪੁਰਬ ਜਿਹੜੇ ਨੇ ਉਹ ਲੇਟ ਕੀਤੇ ਗਏ ਨੇ। ਤੇ ਇਸ ਤਰ੍ਹਾਂ ਦੇ ਹਾਲਾਤ ਰਹੇ ਤੇ ਮੌਜੂਦਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਦੀ ਗੰਭੀਰਤਾ ਸੋਚ ਸਕਦੇ ਹਾਂ, ਕਿਸ ਤਰ੍ਹਾਂ ਹਾਲਾਤ ਪੈਦਾ ਹੋ ਸਕਦੇ ਹੈ। ਇਸ ਵਿਸ਼ੇ ਤੇ ਅਸੀਂ ਆਮ ਜਿਹੜੀ ਸੰਗਤ ਦੇ ਸਾਡੇ ਜਿਹੜੇ ਰਿਸਪੈਕਟਡ ਪਰਸਨ ਨੇ ਸਾਡੇ ਕੌਮ ਦੇ, ਉਹਨਾਂ ਨਾਲ ਅਸੀਂ ਵਿਚਾਰ ਚਰਚਾ ਵੀ ਕਰਨੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਇਹ ਸਟੈਪ ਲੈਣ ਜਾ ਰਹੀ ਹੈ ਇਸ ਮੁੱਦੇ ਤੇ। ਚਲੋ ਗੱਲਬਾਤ ਤਾਂ ਕਰਨੀ ਸ਼ੁਰੂ ਕੀਤੀ ਹੈ ਕਿਸੇ ਕਮੇਟੀ ਨੇ ਕਿ ਗ੍ਰੰਥੀ ਸਿੰਘਾਂ ਦੇ, ਪਾਠੀ ਸਿੰਘਾਂ ਦੀ ਅਸੀਂ ਸਾਂਭ ਸੰਭਾਲ ਕਰੀਏ, ਉਹਨਾਂ ਦੇ ਬੱਚਿਆਂ ਦੀ ਵੈਲ ਐਜੂਕੇਸ਼ਨ ਦੇ ਲਈ ਕੋਈ ਕੰਮ ਕਰੀਏ। ਡਾਕਟਰ ਸਾਹਿਬ ਜੀ ਦਾ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਖੁੱਲ੍ਹ ਕੇ ਅੱਜ ਜਿਹੜੇ ਆਰੋਪ ਲੱਗੇ ਨੇ ਉਹਨਾਂ ਦੇ ਜਵਾਬ ਦਿੱਤੇ ਹੈ। ਤੇ ਉਮੀਦ ਵੀ ਕਰਦੇ ਹਾਂ ਕਿ ਅੱਗੇ ਵੀ ਜਦੋਂ ਸਾਨੂੰ ਕਦੀ ਲੋੜ ਪਏਗੀ ਤੇ ਇਸੇ ਤਰ੍ਹਾਂ ਹੀ ਖੁੱਲ੍ਹ ਕੇ, ਕਿਉਂਕਿ ਇਹਨਾਂ ਦੀ ਜਵਾਬਦੇਹੀ ਬਣਦੀ ਹੈ। ਜਿਨ੍ਹਾਂ ਸੰਗਤ ਨੇ ਲੱਖਾਂ ਕਰੋੜਾਂ 'ਚ ਚੁਣ ਕੇ ਇਹਨਾਂ ਨੂੰ ਇੱਕ ਅਹੁਦਾ ਬਖਸ਼ਿਆ ਹੈ, ਉਸ ਅਹੁਦੇ ਦੀ ਇੱਕ ਉਹਦਾ ਮਾਨ ਸਨਮਾਨ ਹੈ, ਉਹਦੀ ਇੱਕ ਗਰਿਮਾ ਹੈ। ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਇੱਕ ਸਵਾਲ ਦੇ ਜਵਾਬ ਜਿਹੜੇ ਕਦੀ ਸੰਗਤ ਦੇ ਹੋਣਗੇ ਉਹ ਸਾਨੂੰ ਜਵਾਬ ਦੇਣ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਫੇਰ ਕੋਈ ਐਕਟੀਵਿਟੀ ਹੋਏਗੀ ਨਾਨਕ ਮੱਤਾ ਕਮੇਟੀ ਤੋਂ ਸੰਬੰਧਿਤ, ਉਹ ਹੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਵਾਂਗੇ। ਫਿਲਹਾਲ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।